ਇਹ ਕਹਾਣੀ ਉਸ ਪਿਤਾ ਦੀ ਹੈ ਜਿਸਨੇ ਪੂਰੀਆਂ ਰੀਝਾਂ ਲਗਾ ਕੇ ਆਪਣੀ ਔਲਾਦ ਨੂੰ ਪਾਲਿਆ ਹੁੰਦਾ ਹੈ, ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ। ਬਿਲਕੁਲ ਗਰੀਬ ਘਰ ਦਾ ਇਹ ਵਿਅਕਤੀ ਗੁਰਨਾਮ ਸਿੰਘ ਜੋ ਕਿ ਖੇਤੀ ਦਾ ਕੰਮ ਕਰਦਾ ਸੀ, ਪਰ ਗੁਰਨਾਮ ਸਿੰਘ ਕੋਲ ਜ਼ਮੀਨ ਬਹੁਤ ਹੀ ਘੱਟ ਸੀ। ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿੱਚ ਅਤੇ ਆਪਣੀ ਫੈਮਿਲੀ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਸੀ। ਗੁਰਨਾਮ ਸਿੰਘ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਉਸਦਾ ਇੱਕ ਬੇਟਾ ਸੀ। ਉਸਨੇ ਆਪਣੇ ਬੇਟੇ ਨੂੰ ਚੰਗੀ ਪੜ੍ਹਾਈ ਕਰਾਈ ਅਤੇ ਉਸਨੂੰ ਵਧੀਆ ਕਾਲਜ ਵਿੱਚ ਪੜ੍ਹਨ ਲਈ ਲਗਾਇਆ, ਕਿਉਂਕਿ ਉਸਦੇ ਪਿਤਾ ਸੋਚਦੇ ਸਨ ਕਿ ਮੈਂ ਤੇ ਸਾਰੀ ਉਮਰ ਹੁਣ ਜਿੰਨੀ ਜਿੱਲਤ ਕੱਟਣੀ ਸੀ ਕੱਟ ਲਈ ਹੈ, ਪਰ ਹੁਣ ਮੇਰਾ ਪੁੱਤਰ ਅਜਿਹੀ ਜ਼ਿੰਦਗੀ ਨਾ ਕੱਟੇ। ਪੜ੍ਹ ਲਿਖ ਕੇ ਉਹ ਚੰਗੀ ਨੌਕਰੀ ਤੇ ਲੱਗ ਜਾਵੇ। ਅਤੇ ਆਪਣੇ ਪੁੱਤਰ ਨੂੰ ਕਹਿੰਦਾ ਰਹਿੰਦਾ ਕਿ ਪੁੱਤਰ, ਤੂੰ ਖੇਤੀ ਦਾ ਕੰਮ ਨਾ ਕਰੀ, ਇਹ ਤਾਂ ਬਹੁਤ ਔਖਾ ਹੈ। ਬਸ ਤੂੰ ਮਨ ਲਗਾ ਕੇ ਪੜ੍ਹ ਲੈ ਅਤੇ ਆਪਣੇ ਲਈ ਕੋਈ ਨੌਕਰੀ ਲੱਭ ਲਈ ਜਿਸ ਨਾਲ ਮੇਰੀ ਵੀ ਜਾਨ ਸੁਖਾਲੀ ਹੋ ਜਾਵੇ। ਉਸ ਟਾਈਮ ਤੇ ਉਸਦੇ ਬੇਟੇ ਦੀਪਕ ਨੇ ਹੱਸ ਕੇ ਆਖਿਆ ਕਿ ਠੀਕ ਹੈ ਪਿਤਾ ਜੀ, ਮੈਂ ਤਾਂ ਸਾਰੀ ਉਮਰ ਤੁਹਾਡੀ ਸੇਵਾ ਹੀ ਕਰੂੰਗਾ। ਪਰ ਵੱਡੇ ਹੋ ਕੇ ਤੇ ਵਿਆਹ ਕਰਵਾ ਕੇ ਦੀਪਕ ਨੇ ਕੀ ਕੀਤਾ ਆਪਣੇ ਮਾਤਾ ਪਿਤਾ ਦੇ ਨਾਲ, ਆਓ ਤੁਹਾਨੂੰ ਇਸ ਕਹਾਣੀ ਵਿੱਚ ਦੱਸਦੇ ਹਾਂ। ਜਦੋਂ ਦੀਪਕ ਛੋਟਾ ਹੁੰਦਾ ਸੀ ਤਾਂ ਉਸਦੇ ਖੇਡਦੇ ਸਮੇਂ ਸੱਟ ਵੱਜੀ, ਪਰ ਦੀਪਕ ਦੇ ਪਿਤਾ ਗੁਰਨਾਮ ਸਿੰਘ ਦੇ ਉਸ ਸਮੇਂ ਜਾਨ ਤੇ ਬਣ ਗਏ। ਰੋਂਦਾ ਕਰਲਾਉਂਦਾ ਗੁਰਨਾਮ ਸਿੰਘ ਆਪਣੇ ਬੇਟੇ ਨੂੰ ਸ਼ਹਿਰ ਇਲਾਜ ਲਈ ਲੈ ਕੇ ਜਾਣਾ ਚਾਹੁੰਦਾ ਸੀ, ਪਰ ਕੁਝ ਘੰਟੇ ਉਸਦਾ ਬੇਟਾ ਉੱਥੇ ਹੀ ਤੜਫਦਾ ਰਿਹਾ। ਪਰ ਉਹ ਬੇਵੱਸ ਹੋ ਕੇ ਪਹਿਲਾਂ ਤਾਂ ਕੁਝ ਨਾ ਕਰ ਸਕਿਆ। ਬਾਅਦ ਵਿੱਚ ਉਸਨੇ ਹਿੰਮਤ ਕਰਕੇ ਪਿੰਡ ਦੇ ਹੀ ਕਿਸੇ ਵਿਅਕਤੀ ਤੋਂ ਵਾਹੀਕਲ ਮੰਗਿਆ, ਜਿਸ ਦੀ ਮਦਦ ਨਾਲ ਉਹ ਆਪਣੇ ਬੇਟੇ ਨੂੰ ਸ਼ਹਿਰ ਲੈ ਗਿਆ ਅਤੇ ਉਸਦਾ ਇਲਾਜ ਕਰਵਾਉਣ ਲਈ ਉਸਨੂੰ ਹਸਪਤਾਲ ਦਾਖਲ ਕਰਨ ਲੱਗਾ। ਪਰ ਡਾਕਟਰ ਨੇ ਉਸਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਅਤੇ ਡਾਕਟਰ ਨੇ ਸਾਫ਼ ਆਖ ਦਿੱਤਾ ਕਿ ਮੈਂ ਇਲਾਜ ਨਹੀਂ ਕਰ ਸਕਦਾ, ਅਤੇ ਉਹਨਾਂ ਨੇ ਇਲਾਜ ਕਰਨ ਤੋਂ ਸਾਫ਼ ਨਾ ਕਰ ਦਿੱਤੀ। ਪਰ ਫਿਰ ਵੀ ਗੁਰਨਾਮ ਨੇ ਡਾਕਟਰ ਦੀਆਂ ਮਿੰਨਤਾਂ ਕੀਤੀਆਂ ਅਤੇ ਉਹਨਾਂ ਦੇ ਪੈਰੀ ਹੱਥ ਵੀ ਲਗਾਏ। ਹੌਲੀ-ਹੌਲੀ ਦੀਪਕ ਠੀਕ ਹੁੰਦਾ ਗਿਆ, ਕਿਉਂਕਿ ਉਸਦੇ ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਸੀ। ਪਰ ਫਿਰ ਵੀ ਦੀਪਕ ਦੇ ਪਿਤਾ ਨੇ ਹੌਸਲਾ ਰੱਖ ਕੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਅਤੇ ਉਸਨੂੰ ਸਮੇਂ-ਸਮੇਂ ਸਿਰ ਦਵਾਈ ਦੇ ਕੇ ਉਸਦਾ ਚੰਗੀ ਤਰ੍ਹਾਂ ਖਿਆਲ ਰੱਖਿਆ। ਪਰ ਜਦੋਂ ਦੀਪਕ ਵੱਡਾ ਹੋਇਆ ਅਤੇ ਉਸਦੀ ਪੜ੍ਹਾਈ ਖਤਮ ਹੋ ਗਈ, ਉਸਦੇ ਕੁਝ ਸਮੇਂ ਬਾਅਦ ਹੀ ਦੀਪਕ ਨੇ ਆਪਣਾ ਬਿਜ਼ਨਸ ਕਰਨਾ ਚਾਹਿਆ, ਜਿਸ ਬਾਰੇ ਉਸਨੇ ਆਪਣੇ ਪਿਤਾ ਨਾਲ ਗੱਲ ਕੀਤੀ ਅਤੇ ਉਸਦੇ ਪਿਤਾ ਨੇ ਖੁਸ਼ੀ-ਖੁਸ਼ੀ ਕਿਹਾ ਕਿ ਪੁੱਤਰ, ਤੂੰ ਜੋ ਕਰਨਾ ਚੰਗਾ ਹੀ ਕਰੇਗਾ ਤੇ ਜਿਵੇਂ ਤੇਰਾ ਦਿਲ ਕਰਦਾ ਤੂੰ ਕਰ ਲੈ। ਜਿਸ ਤੋਂ ਬਾਅਦ ਦੀਪਕ ਨੇ ਆਪਣੇ ਪਿਤਾ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਉਸਨੇ ਸਮਝਾਇਆ ਕਿ ਪਿਤਾ ਜੀ, ਜੇਕਰ ਮੈਂ ਕੋਈ ਬਿਜ਼ਨਸ ਕਰਾਂਗਾ ਤਾਂ ਉਸ ਵਿੱਚ ਪਹਿਲਾਂ ਮੈਨੂੰ ਪੈਸੇ ਲਗਾਉਣੇ ਪੈਣਗੇ। ਜਿਸ ਤੋਂ ਬਾਅਦ ਦੀਪਕ ਦੇ ਪਿਤਾ ਨੇ ਬਿਨਾਂ ਸੋਚੇ ਸਮਝੇ ਆਪਣੀ ਸਾਰੀ ਜ਼ਮੀਨ ਵੇਚ ਕੇ ਆਪਣੇ ਪੁੱਤਰ ਨੂੰ ਪੈਸੇ ਦੇ ਦਿੱਤੇ ਅਤੇ ਹੌਲੀ-ਹੌਲੀ ਦੀਪਕ ਦਾ ਕੰਮ ਵਧੀਆ ਚੱਲਣ ਲੱਗਾ। ਉਸਦਾ ਬਿਜ਼ਨਸ ਅੱਗੇ ਵਧਦਾ ਗਿਆ। ਕੁਝ ਸਮੇਂ ਬਾਅਦ ਦੀਪਕ ਨੇ ਇੱਕ ਲੜਕੀ ਨੂੰ ਪਸੰਦ ਕਰਕੇ ਉਸ ਨਾਲ ਵਿਆਹ ਵੀ ਕਰਵਾ ਲਿਆ, ਜਿਸ ਤੇ ਉਸਦੇ ਪਿਤਾ ਨੇ ਦੀਪਕ ਨੂੰ ਕੁਝ ਵੀ ਨਹੀਂ ਆਖਿਆ। ਪਰ ਫਿਰ ਵੀ ਆਪਣੇ ਮਨ ਵਿੱਚ ਦੀਪਕ ਦੇ ਪਿਤਾ ਨੇ ਕਈ ਸਵਾਲ ਰੱਖੇ, ਜਿਨ੍ਹਾਂ ਨੂੰ ਉਹ ਇਕੱਲਾ ਬੈਠ ਕੇ ਸੋਚਦਾ ਰਹਿੰਦਾ ਅਤੇ ਸੋਚਦਾ ਕਿ ਮੇਰੇ ਪੁੱਤ ਦੇ ਵਿਆਹ ਨੂੰ ਲੈ ਕੇ ਮੇਰੇ ਵੀ ਮਨ ਵਿੱਚ ਕਈ ਚਾਅ ਸਨ। ਪਰ ਖੈਰ ਚਲੋ ਕੋਈ ਗੱਲ ਨਹੀਂ, ਮੇਰਾ ਬੇਟਾ ਖੁਸ਼ ਰਹਿਣਾ ਚਾਹੀਦਾ, ਉਸਦੀ ਜ਼ਿੰਦਗੀ ਦਾ ਸਵਾਲ ਹੈ, ਫਿਰ ਮੈਂ ਤੇ ਕੀ ਬੋਲ ਸਕਦਾ ਹਾਂ। ਕੁਝ ਸਮੇਂ ਬਾਅਦ ਗੁਰਨਾਮ ਦੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਗੁਰਨਾਮ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਾ ਅਤੇ ਉਸਦਾ ਬੇਟਾ ਆਪਣੇ ਬਿਜ਼ਨਸ ਵਿੱਚ ਬਿਜ਼ੀ ਰਹਿੰਦਾ ਸੀ ਅਤੇ ਉਹ ਆਪਣੇ ਪਿਤਾ ਲਈ ਇੱਕ ਪਲ ਦਾ ਟਾਈਮ ਨਹੀਂ ਕੱਢ ਸਕਦਾ ਸੀ। ਪਰ ਕਿਤੇ ਨਾ ਕਿਤੇ ਦੀਪਕ ਆਪਣੇ ਬਿਜ਼ਨਸ ਵਿੱਚ ਪੈ ਕੇ ਆਪਣੇ ਪਿਤਾ ਨੂੰ ਭੁੱਲਦਾ ਜਾ ਰਿਹਾ ਸੀ। ਇੱਕ ਦਿਨ ਗੁਰਨਾਮ ਦੀ ਹਾਲਤ ਵੀ ਖਰਾਬ ਹੋ ਗਈ ਅਤੇ ਗੁਰਨਾਮ ਕਾਫੀ ਸਮਾਂ ਬਿਮਾਰ ਰਿਹਾ। ਹੌਲੀ-ਹੌਲੀ ਗੁਰਨਾਮ ਸਿੰਘ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਗਈ ਅਤੇ ਉਹ ਆਪਣੇ ਕਮਰੇ ਵਿੱਚ ਹੀ ਪਿਆ ਰਹਿੰਦਾ, ਬਾਰ-ਬਾਰ ਆਪਣੇ ਪੁੱਤਰ ਨੂੰ ਦਵਾਈ ਬਾਰੇ ਆਖਦਾ, ਪਰ ਉਸਦਾ ਪੁੱਤਰ ਦੀਪਕ ਉਸਨੂੰ ਕੋਈ ਰਾਹ ਹੀ ਨਹੀਂ ਦਿੰਦਾ ਸੀ ਅਤੇ ਉਹ ਕਹਿ ਦਿੰਦਾ ਵੀ ਅੱਜ ਦਵਾਈ ਦਵਾਉਣਾ ਜਾਂ ਫਿਰ ਕੱਲ੍ਹ ਦਵਾਉਣਾ ਹਾਂ, ਕਿ ਮੇਰੇ ਕੋਲ ਸਮਾਂ ਨਹੀਂ ਹੈ। ਇੱਕ ਦਿਨ ਗੁਰਨਾਮ ਸਿੰਘ ਦੀ ਨੂੰਹ ਆਪਣੇ ਪੇਕੇ ਘਰ ਗਈ ਹੋਈ ਸੀ, ਜਿਸ ਕਰਕੇ ਘਰ ਵਿੱਚ ਸਿਰਫ ਗੁਰਨਾਮ ਸਿੰਘ ਅਤੇ ਉਸਦਾ ਬੇਟਾ ਦੀਪਕ ਸਨ। ਰਾਤ ਦੇ ਸਮੇਂ ਦੀਪਕ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਅਤੇ ਉਸਦੇ ਪਿਤਾ ਦਾ ਕਮਰਾ ਉਸਦੇ ਨਾਲ ਹੀ ਸੀ। ਦੀਪਕ ਦੇ ਪਿਤਾ ਗੁਰਨਾਮ ਸਿੰਘ ਨੂੰ ਬਾਰ-ਬਾਰ ਖਾਂਸੀ ਆ ਰਹੀ ਸੀ।
ਉਸਨੇ ਆਪਣੇ ਪੁੱਤਰ ਤੋਂ ਪਾਣੀ ਮੰਗਿਆ ਅਤੇ ਉਸਨੂੰ ਬਾਰ-ਬਾਰ ਆਖਣ ਲੱਗਾ ਕਿ ਤੂੰ ਮੈਨੂੰ ਦਵਾਈ ਲਿਆ ਦੇ। ਪੁੱਤਰ, ਮੇਰੀ ਹਾਲਤ ਬਹੁਤ ਖਰਾਬ ਹੈ, ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਪਰ ਉਸਦਾ ਬੇਟਾ ਖਿਝ ਕੇ ਕਹਿਣ ਲੱਗਾ ਕਿ ਸੋ ਜਾ ਹੁਣ ਤੂੰ, ਸੁਬਾਹ ਮੈਂ ਵੀ ਜਲਦੀ ਉੱਠ ਕੇ ਕੰਮ ਤੇ ਜਾਣਾ ਹੈ। ਪਰ ਦੀਪਕ ਨੇ ਆਪਣੇ ਪਿਤਾ ਨੂੰ ਦਵਾਈ ਲਿਆ ਕੇ ਦੇਣ ਦਾ ਤਾਂ ਰਾਹ ਹੀ ਨਹੀਂ ਦਿੱਤਾ। ਦੁਬਾਰਾ ਫਿਰ ਉਸਦੇ ਪਿਤਾ ਨੇ ਉਸਨੂੰ ਆਵਾਜ਼ ਲਗਾਈ ਕਿ ਪੁੱਤਰ, ਮੈਨੂੰ ਪਾਣੀ ਹੀ ਦੇ ਜਾ, ਮੇਰਾ ਗਲਾ ਸੁੱਕ ਰਿਹਾ ਹੈ। ਪਰ ਦੀਪਕ ਨੇ ਫਿਰ ਵੀ ਕੋਈ ਗੱਲ ਨਾ ਸੁਣਦੇ ਹੋਏ ਪਾਸਾ ਮਾਰ ਕੇ ਸੌਣ ਦੀ ਗੱਲ ਕਰੀ ਅਤੇ ਆਖਿਆ ਕਿ ਤੁਸੀਂ ਚੁੱਪ ਕਰਕੇ ਸੋ ਜਾਓ, ਸੁਬਾਹ ਪੀ ਲੈਣਾ ਜਿੰਨਾ ਪਾਣੀ ਪੀਣਾ ਹੈ। ਉਸਦਾ ਪਿਤਾ ਅੰਦਰ ਹੀ ਅੰਦਰ ਰੋਣ ਲੱਗਾ ਅਤੇ ਕਹਿਣ ਲੱਗਾ ਕਿ ਪੁੱਤਰ, ਜਦੋਂ ਤੂੰ ਛੋਟਾ ਸੀ ਮੈਨੂੰ ਤੇਰੀ ਸੋਚ ਸੀ, ਪਰ ਤੂੰ ਸੋਚ ਹੁਣ ਮੈਨੂੰ ਕਿੰਨੀ ਤਕਲੀਫ ਹੋ ਰਹੀ ਹੋਵੇਗੀ, ਕਿਉਂਕਿ ਬਚਪਨ ਵਿੱਚ ਜਦੋਂ ਤੇਰੇ ਸੱਟ ਲੱਗੀ ਸੀ ਮੈਂ ਦਰ-ਦਰ ਭਟਕਦਾ ਫਿਰਦਾ ਸੀ। ਫਿਰ ਹੁਣ ਤੂੰ ਕਿਉਂ ਨਹੀਂ ਮੈਨੂੰ ਪਾਣੀ ਦਾ ਗਲਾਸ ਵੀ ਦੇ ਸਕਦਾ। ਦੀਪਕ ਦਾ ਪਿਤਾ ਇਕੱਲਾ ਹੀ ਬੋਲਦਾ ਗਿਆ, ਪਰ ਦੀਪਕ ਤਾਂ ਪਾਸਾ ਮਾਰ ਕੇ ਸੌਂ ਗਿਆ। ਉਸਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਉਸਦੇ ਪਿਤਾ ਉਸਨੂੰ ਕੀ ਆਖ ਰਹੇ ਹਨ। ਜਿਸ ਤੋਂ ਬਾਅਦ ਦੀਪਕ ਦੇ ਪਿਤਾ ਨੇ ਰੋਣਾ ਸ਼ੁਰੂ ਕਰ ਦਿੱਤਾ। ਕਾਫੀ ਸਮੇਂ ਤੱਕ ਉਹ ਰੋਂਦੇ ਰਹੇ। ਅਚਾਨਕ ਹੀ ਦੀਪਕ ਦੇ ਪਿਤਾ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਪਰ ਜਦੋਂ ਦੂਸਰੇ ਹੀ ਦਿਨ ਦੀਪਕ ਨੇ ਆਪਣੇ ਪਿਤਾ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਮਰਨ ਤੋਂ ਪਹਿਲਾਂ ਉਸਦੇ ਪਿਤਾ ਨੇ ਇੱਕ ਚਿੱਠੀ ਵੀ ਲਿਖੀ ਸੀ, ਜਿਸ ਵਿੱਚ ਉਸਨੇ ਦੀਪਕ ਦੇ ਬਚਪਨ ਦੀ ਗੱਲ ਲਿਖੀ। ਜਿਸ ਤੋਂ ਬਾਅਦ ਦੀਪਕ ਨੂੰ ਬਹੁਤ ਅਫਸੋਸ ਹੋਇਆ। ਪਰ ਦੋਸਤੋ, ਅਸੀਂ ਜਿਵੇਂ ਵੀ ਹਾਂ, ਅਸੀਂ ਜੋ ਵੀ ਹਾਂ, ਸਾਡੇ ਮਾਤਾ ਪਿਤਾ ਨੂੰ ਤਾਂ ਅਸੀਂ ਬੱਚਿਆਂ ਵਾਂਗੂ ਹੀ ਲੱਗਦੇ ਹਾਂ ਅਤੇ ਸਾਨੂੰ ਬੱਚਿਆਂ ਵਾਂਗੂ ਹੀ ਪਿਆਰ ਕਰਦੇ ਨੇ। ਪਰ ਜਦੋਂ ਮਾਤਾ ਪਿਤਾ ਬੁੱਢੇ ਹੋ ਜਾਂਦੇ ਨੇ ਤਾਂ ਉਸੇ ਪਿਆਰ ਦੀ ਆਸ ਉਹ ਸਾਡੇ ਤੋਂ ਕਰਦੇ ਨੇ। ਸੋ ਜਿਵੇਂ ਆਪਣੇ ਮਾਂ-ਬਾਪ ਆਪਣਾ ਧਿਆਨ ਰੱਖਦੇ ਨੇ ਤਾਂ ਸਾਡਾ ਵੀ ਹੱਕ ਹੈ ਕਿ ਅਸੀਂ ਵੀ ਆਪਣੇ ਮਾਤਾ ਪਿਤਾ ਦਾ ਬੁਢਾਪੇ ਵਿੱਚ ਪੂਰਾ ਖਿਆਲ ਰੱਖੀਏ ਅਤੇ ਉਹਨਾਂ ਨੂੰ ਬੱਚਿਆਂ ਵਾਂਗੂ ਹੀ ਰੱਖੀਏ, ਤਾਂ ਜੋ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਨਾ ਹੋਵੇ। ਤੁਹਾਨੂੰ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।